ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ ਤੁਸੀਂ ਸਾਰੇ? ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਕਰ ਰਹੇ ਸੀ ਤੀਜੀ ਜਮਾਤ ਦੀ ਕਿਤਾਬ ਸਵਾਗਤ ਜ਼ਿੰਦਗੀ। ਆਓ ਸ਼ੁਰੂ ਕਰਦੇ ਹਾਂ ਉਹਦਾ ਤੀਜਾ ਪਾਠ। ਅਸੀਂ ਸਭ ਬਰਾਬਰ। ਪੁੱਤ ਹੋਵੇ ਜਾਤੀ ਇੱਕੋ ਜਿਹੇ ਨੇ ਜੀ। ਪੁੱਤ ਖੁਸ਼ੀ ਜੇ ਕਰਦੀ ਤਾਂ ਰੌਣਕ ਹੁੰਦੀ ਤੀ। ਸਦਾ ਕਰਜ਼ ਮਹਿਕਾ ਛੱਡਦੇ ਖੈਰ ਮਾਪਿਆਂ ਦੀ ਨਿਤ ਮੰਗਦੇ। ਕੁਲ ਦੀ ਬਣਦੇ ਸ਼ਾਨ ਨੇ ਵੱਡਿਆਂ ਦਾ ਰੱਖਦੇ ਮਾਣ ਨੇ। ਦੋਵੇਂ ਹੀ ਰੱਬ ਦਾ ਰੂਪ ਨੇ। ਦੱਸ ਫਰਕ ਇਹਨਾਂ ਵਿੱਚ ਕੀ? ਪੁੱਤ ਹੋਵੇ ਜਾਂ ਧੀ ਇੱਕੋ ਜਿਹੇ ਨੇ ਜੀ। ਤੇ ਬੱਚਿਓ ਇਹ ਕਿਹਾ ਗਿਆ ਵੀ ਪੁੱਤ ਹੋਵੇ ਜਾਂ ਕੁੜੀ ਹੋਵੇ ਧੀ ਹੋਵੇ ਦੋਵੇਂ ਇੱਕੋ ਜਿਹੇ ਹੁੰਦੇ ਨੇ। ਕੋਈ ਫਰਕ ਨਹੀਂ ਕਰਨਾ ਚਾਹੀਦਾ। ਦੋਵੇਂ ਹੀ ਘਰ ਦੀ ਸ਼ਾਨ ਹੁੰਦੇ ਨੇ। ਜਿਹੜਾ ਕੁਲ ਹੈ ਉਹਦੇ ਅੱਗੇ ਦੇ ਹਿੱਸੇਦਾਰ ਹੁੰਦੇ ਨੇ ਤੇ ਵੱਡਿਆਂ ਦਾ ਮਾਣ ਰੱਖਦੇ ਨੇ। ਤਾਂ ਸਾਨੂੰ ਮੁੰਡੇ ਤੇ ਕੁੜੀ ਵਿੱਚ ਫਰਕ ਨਹੀਂ ਕਰਨਾ ਚਾਹੀਦਾ। ਅੱਗੇ ਦੱਸਿਆ ਗਿਆ ਦੱਸੋ ਤਾਂ ਭਲਾ ਮੁੰਡੇ ਕੁੜੀ ਵਿੱਚ ਫਰਕ ਰੱਖਣਾ ਚਾਹੀਦਾ ਹੈ? ਬਿਲਕੁਲ ਵੀ ਨਹੀਂ। ਨਾ या नहीं, कोई फर्क नहीं रखना चाहिए। आगे मुंडे कुड़ी विच कोई फर्क नहीं रखना चाहिए। हाँ जी बिल्कुल कोई फर्क नहीं रखना चाहिए। ठीक है, हाँ नहीं हाँ जी लिखते हैं नहीं जी। चलो आगे चलते हैं। काम बराबर करिए। ਅਸੀਂ ਕੰਮ ਵੀ ਬਰਾਬਰ ਕਰ ਸਕਦੇ ਹਾਂ। ਜੋ ਕੰਮ ਕੁੜੀਆਂ ਕਰ ਸਕਦੀਆਂ ਮੁੰਡੇ ਵੀ ਕਰ ਸਕਦੇ ਨੇ। ਜੋ ਮੁੰਡੇ ਕਰਦੇ ਨੇ ਉਹ ਕੁੜੀਆਂ ਵੀ ਅੱਜਕੱਲ ਕਰਦੀਆਂ ਨੇ। ਪਿਆਰੇ ਬੱਚਿਓ, ਕੌਣ ਕਿਹੜਾ ਕੰਮ ਕਰ ਸਕਦਾ ਹੈ ਉਸ ਉੱਤੇ ਨਿਸ਼ਾਨ ਲਾਓ। ਇੱਥੇ ਲਿਖੇ ਨੇ ਕੰਮ। ਇਹ ਮੁੰਡਾ ਕਰ ਸਕਦਾ ਹੈ, ਕੁੜੀ ਜਾਂ ਦੋਵੇਂ। ਚਲੋ ਦੇਖਦੇ ਹਾਂ। ਖਾਣਾ ਬਣਾਉਣਾ ਆ ਦੋਵੇਂ ਕਰ ਸਕਦੇ ਆ। ਮੁੰਡਾ ਵੀ ਕਰ ਸਕਦਾ ਹੈ, ਕੁੜੀ ਵੀ ਕਰ ਸਕਦੀ ਹੈ। ਸਫਾਈ ਕਰਨਾ ਦੋਵੇਂ। ਕੱਪੜੇ ਧੋਣਾ ਦੋਵੇਂ। ਪਸ਼ੂਆਂ ਦੀ ਸੰਭਾਲ ਦੋਵੇਂ ਰਲ ਮਿਲ ਕੇ ਕਰ ਸਕਦੇ ਨੇ। ਪੜ੍ਹਾਈ ਕਰਨੀ ਬਿਲਕੁਲ ਦੋਵੇਂ। ਖੇਡਾਂ ਖੇਡਣੀਆਂ ਦੋਵੇਂ। ਫਿਲਮਾਂ 'ਚ ਕੰਮ ਕਰਨਾ ਕੁੜੀਆਂ ਵੀ ਤਾਂ ਹੁੰਦੀਆਂ ਨੇ ਦੋਵੇਂ। ਨਾਟਕਾਂ 'ਚ ਕੰਮ ਕਰਨਾ ਦੋਵੇਂ। ਫੈਕਟਰੀਆਂ 'ਚ ਕੰਮ ਕਰਨਾ ਦੋਵੇਂ। ਗੀਤ ਗਾਉਣੇ ਦੋਵੇਂ। ਸਾਈਕਲ ਸਕੂਟਰ ਚਲਾਉਣਾ ਦੋਵੇਂ। ਤੁਸੀਂ ਦੇਖਿਆ ਹੋਣਾ ਅੱਜਕੱਲ ਕੁੜੀਆਂ ਵੀ ਐਕਟਿਵਾ ਚਲਾ ਲੈਂਦੀਆਂ ਨੇ। ਕਾਰਾਂ ਬੱਸਾਂ ਚਲਾਉਣਾ ਦੋਵੇਂ। ਹਵਾਈ ਜਹਾਜ਼ ਚਲਾਉਣਾ ਕੁੜੀਆਂ ਵੀ ਚਲਾ ਲੈਂਦੀਆਂ ਨੇ ਅੱਜਕੱਲ ਹਵਾਈ ਜਹਾਜ਼। ਫਿਰ ਸਪੇਸ ਵਿੱਚ ਜਾਣਾ ਦੋਵੇਂ। ਤੁਸੀਂ ਨਾਮ ਸੁਣਿਆ ਹੋਣਾ ਕਲਪਨਾ ਚਾਵਲਾ, ਕੁੜੀ ਸੀ, ਬਹੁਤ ਨਾਮ ਰੋਸ਼ਨ ਕੀਤਾ ਉਹਨੇ ਭਾਰਤ ਦਾ ਸਪੇਸ ਵਿੱਚ ਜਾ ਕੇ। ਜੀ ਹਾਂ। ਅਗਲਾ ਡਾਕਟਰ, ਵਕੀਲ ਅਤੇ ਅਧਿਆਪਕ ਬਣਨਾ ਉਹ ਵੀ ਦੋਵੇਂ ਬਣ ਸਕਦੇ ਨੇ। ਫੌਜ ਵਿੱਚ ਜਾਣਾ ਅੱਜਕੱਲ ਕੁੜੀਆਂ ਤੇ ਮੁੰਡੇ ਦੋਵੇਂ ਫੌਜ ਵਿੱਚ ਭਰਤੀ ਹੋ ਸਕਦੇ ਨੇ। ਆਪਾਂ ਦੋਵੇਂ ਦੇਖਦੇ ਹਾਂ ਦੇਸ਼ ਦੀ ਸੇਵਾ ਕਰ ਰਹੇ ਹੁੰਦੇ ਨੇ। ਠੀਕ ਹੈ ਬੇਟਾ। ਤੇ ਇੱਥੇ ਲਿਖਿਆ ਹੋਇਆ ਹੈ ਉਪਰੋਕਤ ਕੰਮਾਂ ਬਾਰੇ ਪੁੱਛਣ ਤੋਂ ਬਾਅਦ ਅਧਿਆਪਕ ਵੱਲੋਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਕਿ ਮੁੰਡਾ ਅਤੇ ਕੁੜੀ ਦੋਨੋਂ ਹਰ ਪ੍ਰਕਾਰ ਦਾ ਕੰਮ ਕਰ ਸਕਦੇ ਹਨ। ਜਦੋਂ ਕੰਮ ਕਰਨ ਵਿੱਚ ਬਰਾਬਰਤਾ ਹੈ ਤਾਂ ਮੁੰਡੇ ਕੁੜੀ ਵਿੱਚ ਕੋਈ ਭੇਦਭਾਵ ਨਹੀਂ ਹੈ। ਇਸ ਨਾਲ ਬੱਚੇ ਵਿੱਚ ਬਰਾਬਰਤਾ ਅਤੇ ਨਿਆਂ ਦੀ ਭਾਵਨਾ ਉਤਪੰਨ ਹੋਵੇਗੀ। ਭਾਵ ਕਿ ਸਾਨੂੰ ਮੁੰਡੇ ਤੇ ਕੁੜੀ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ। ਇੱਥੇ ਲਿਖਿਆ ਹੋਇਆ ਸਾਡੇ ਕੰਮ ਮੁੰਡਾ ਹੋਈ ਜਾਂ ਕੁੜੀ ਕਿਹੜੇ ਕਿਹੜੇ ਕੰਮ ਕਰਨੇ ਚਾਹੀਦੇ ਨੇ। ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਵੀ ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਇੱਜ਼ਤ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਪੜ੍ਹਾਈ ਕਰਨੀ ਚਾਹੀਦੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਆਪਾਂ ਕਹਿ ਸਕਦੇ ਹਾਂ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ। ਆਪਣੇ ਅਧਿਆਪਕ ਅਤੇ ਮਾਪਿਆਂ ਦੀ ਗੱਲ ਸੁਣਨੀ ਚਾਹੀਦੀ ਹੈ
ਤੇ ਮੰਨਣੀ ਵੀ ਚਾਹੀਦੀ ਹੈ। ਘਰ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਤੇ ਨਾਲ ਦੀ ਨਾਲ ਆਪਣੇ ਮਾਤਾ ਜੀ ਦੀ ਮਦਦ ਵੀ ਕਰਨੀ ਚਾਹੀਦੀ ਹੈ ਕੰਮਾਂ ਵਿੱਚ, ਤੇ ਆਪਣੇ ਮਾਪਿਆਂ ਦੀ ਦੇਖਭਾਲ। ਤੁਸੀਂ ਲਿਖ ਸਕਦੇ ਹੋ ਇੱਥੇ ਆਪਣੇ ਮਾਪਿਆਂ ਦੀ ਦੇਖਭਾਲ। ਠੀਕ ਹੈ ਬੇਟਾ। ਅੱਗੇ ਹੈ ਇੱਕੋ ਬਾਗ ਦੇ ਫੁੱਲ। ਆਓ ਪੜ੍ਹਦੇ ਹਾਂ ਇੱਕੋ ਬਾਗ ਦੇ ਫੁੱਲ ਕੀ ਕਹਾਣੀ ਹੈ। ਪਿਆਰੇ ਬੱਚਿਓ, ਆਪਾਂ ਦੇਖਦੇ ਹਾਂ ਕਿ ਸਾਰੇ ਬੰਦੇ ਬਰਾਬਰ ਹਨ। ਕੁਦਰਤ ਵੀ ਸਭ ਨੂੰ ਨਿਆਂ ਪ੍ਰਦਾਨ ਕਰਦੀ ਹੈ। ਇਸ ਤਰ੍ਹਾਂ ਮਨੁੱਖ ਨੂੰ ਵੀ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ। ਜਦ ਕੁਦਰਤ ਨਹੀਂ ਕਰਦੀ ਤਾਂ ਮਨੁੱਖ ਨੂੰ ਵੀ ਨਹੀਂ ਕਰਨਾ ਚਾਹੀਦਾ। ਆਓ ਆਪਾਂ ਤੁਹਾਨੂੰ ਇੱਕ ਇਹੋ ਜਿਹੇ ਪਰਿਵਾਰ ਨਾਲ ਮਿਲਾਉਂਦੇ ਹਾਂ ਜਿੱਥੇ ਘਰ ਦੇ ਸਾਰੇ ਜੀ ਸਮਾਨ ਹਨ ਅਤੇ ਸਾਰੇ ਖੁਸ਼ੀ-ਖੁਸ਼ੀ ਵਸਦੇ ਹਨ। ਆਓ ਪੜ੍ਹਦੇ ਹਾਂ। ਮਨਦੀਪ ਅਤੇ ਕਰਮਵੀਰ ਭੈਣ ਭਰਾ ਸਨ ਜੋ ਕਿ ਇੱਕ ਕਲਾਸ ਅਤੇ ਇੱਕ ਸਕੂਲ ਵਿੱਚ ਪੜ੍ਹਦੇ ਸਨ। ਦੋਵੇਂ ਇਕੱਠੇ ਸਕੂਲ ਜਾਂਦੇ, ਘਰ ਆ ਕੇ ਖੇਡਦੇ ਅਤੇ ਸਕੂਲ ਦਾ ਕੰਮ ਮੁਕਾਉਂਦੇ। ਉਹਨਾਂ ਨੂੰ ਆਪਣਾ ਕਮਰਾ ਸਾਫ਼-ਸਾਫ਼ ਬਹੁਤ ਚੰਗਾ ਲੱਗਦਾ ਸੀ। ਇਸ ਲਈ ਸਕੂਲ ਦਾ ਕੰਮ ਖਤਮ ਕਰਨ ਤੋਂ ਬਾਅਦ ਉਹ ਆਪਣੇ ਕਮਰੇ ਦੀ ਸਫਾਈ ਵਿੱਚ ਲੱਗ ਜਾਂਦੇ। ਜੇਕਰ ਮਨਦੀਪ ਅਲਮਾਰੀ ਸਾਫ਼ ਕਰਦੀ ਤਾਂ ਕਰਮਵੀਰ ਸਾਰੇ ਖਿਲਾਰੇ ਖਿਡੌਣੇ ਡੱਬੇ ਵਿੱਚ ਬੰਦ ਕਰਕੇ ਰੱਖ ਦਿੰਦਾ। ਜੇ ਭੈਣ ਅਲਮਾਰੀ ਸਾਫ਼ ਕਰ ਰਹੀ ਹੈ ਤਾਂ ਜੋ ਭਰਾ ਹੈ ਉਹ ਖਿਡੌਣੇ ਸਾਂਭ ਕੇ ਰੱਖ ਰਿਹਾ ਹੈ। ਕਿੰਨੀ ਵਧੀਆ ਗੱਲ ਹੈ। ਇੱਕ ਪਾਸੇ ਮਨਦੀਪ ਚਾਦਰ ਠੀਕ ਕਰਦੀ ਅਤੇ ਦੂਜੇ ਪਾਸੇ ਕਰਮਵੀਰ ਸਾਰੀਆਂ ਕਿਤਾਬਾਂ ਚੁੱਕ ਕੇ ਮੇਜ਼ ਉੱਪਰ ਚਿਣ ਕੇ ਰੱਖ ਦਿੰਦਾ। ਇਹ ਤਾਂ ਬਹੁਤ ਵਧੀਆ ਗੱਲ ਹੈ ਕਿ ਨਹੀਂ? ਦੋਨੋਂ ਭੈਣ ਭਰਾ ਮਿਲ ਜੁਲ ਕੇ ਕੰਮ ਕਰ ਰਹੇ ਨੇ। ਉਹ ਅਕਸਰ ਦਾਦੀ ਜੀ ਵੱਲੋਂ ਸਿਖਾਈਆਂ ਸਤਰਾਂ ਉਚਾਰਦੇ ਰਹਿੰਦੇ। ਸਫਾਈ ਵਿੱਚ ਹੀ ਖੁਦਾਈ ਹੈ, ਯਾਨੀ ਕਿ ਜੇ ਸਾਫ਼ ਰੱਖੋਗੇ ਤਾਂ ਖੁਦ ਵੀ ਖੁਸ਼ ਰਹੋਗੇ ਤੇ ਉੱਥੇ ਰੱਬ ਦਾ ਵਾਸ ਹੁੰਦਾ ਹੈ। ਇਸ ਨਾਲ ਉਹਨਾਂ ਅੰਦਰ ਕਮਰਾ ਸਾਫ਼ ਕਰਨ ਦਾ ਜਜ਼ਬਾ ਹੋਰ ਵੀ ਵੱਧ ਜਾਂਦਾ। ਬਸ ਫੇਰ ਕੀ ਕੁਝ ਹੀ ਮਿੰਟਾਂ ਵਿੱਚ ਉਹਨਾਂ ਨੂੰ ਆਪਣਾ ਕਮਰਾ ਸਾਫ਼-ਸਾਫ਼ ਦਿਸਣ ਲੱਗ ਜਾਂਦਾ। ਮਾਤਾ ਜੀ ਜਦੋਂ ਵੀ ਕਮਰੇ ਵਿੱਚ ਆ ਕੇ ਵੇਖਦੇ ਤਾਂ ਖੁਸ਼ ਹੋ ਕੇ ਕਹਿੰਦੇ, ਸ਼ਾਬਾਸ਼ ਮੇਰੇ ਬੱਚਿਓ, ਸਾਫ਼ ਸੁਥਰੇ ਕਮਰੇ ਵਿੱਚ ਪੜ੍ਹਾਈ ਵੀ ਚੰਗੀ ਹੁੰਦੀ ਹੈ। ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਹਮੇਸ਼ਾ ਸਿਖਾਉਂਦੇ ਰਹਿੰਦੇ ਕਿ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ, ਨਾ ਹੀ ਮੁੰਡੇ ਕੁੜੀ ਦੇ ਕਰਨ ਵਾਲਾ ਹੁੰਦਾ ਹੈ, ਸਗੋਂ ਸਾਰੇ ਕੰਮ ਬਰਾਬਰ ਹੁੰਦੇ ਨੇ। ਕਿੰਨੀ ਵਧੀਆ ਗੱਲ ਹੈ। ਪਹਿਲਾਂ ਵਾਲੇ ਸਮਿਆਂ ਵਿੱਚ ਆਦਮੀ ਬਾਹਰ ਕੰਮ ਕਰਨ ਜਾਂਦੇ ਅਤੇ ਔਰਤਾਂ ਘਰੇਲੂ ਕੰਮ ਕਰਦੀਆਂ ਸਨ। ਪਰ ਅੱਜ ਕੱਲ ਤਾਂ ਬਾਹਰ ਦੇ ਕੰਮ ਵੀ ਦੋਨਾਂ ਦੇ ਸਾਂਝੇ ਹਨ ਅਤੇ ਘਰ ਦੇ ਕੰਮ ਵੀ। ਪਹਿਲਾਂ ਤਾਂ ਮੁੰਡੇ ਬਾਹਰ ਜਾਂਦੇ ਸੀ ਤੇ ਔਰਤਾਂ ਘਰੇ ਰਹਿ ਕੇ ਘਰ ਸਾਂਭਦੀਆਂ ਸੀ। ਹੁਣ ਤਾਂ ਦੋਵੇਂ ਬਾਹਰ ਜਾਂਦੇ ਨੇ ਕਮਾਉਣ ਲਈ। ਉਹ ਅਕਸਰ ਆਪਣੀ ਮਾਤਾ ਜੀ ਨੂੰ ਆਂਢ ਗੁਆਂਢ 'ਚ ਵੀ ਗੱਲਾਂ ਕਰਦੇ ਸੁਣਦੇ ਕਿ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ, ਦੋਵੇਂ ਹੀ ਮਾਪਿਆਂ ਦੇ ਪਿਆਰੇ ਬੱਚੇ ਹਨ। ਬੁਢਾਪੇ ਸਮੇਂ ਵੀ ਦੋਵੇਂ ਹੀ ਮਾਪਿਆਂ ਦੇ ਦੁੱਖ ਸੁੱਖ ਸੁਣਦੇ ਅਤੇ ਸਾਂਭ ਸੰਭਾਲ ਕਰਦੇ ਹਨ। ਇਹ ਕਹਿ ਕੇ ਉਹ ਅਕਸਰ ਇਹ ਕਹਾਵਤ ਉਚਾਰਦੇ ਕਿ ਜੇ ਪੁੱਤਰ ਮਿੱਠੜੇ ਮੇਵੇ ਨੇ ਤਾਂ ਧੀਆਂ ਵੀ ਮਿਸ਼ਰੀ ਦੀਆਂ ਡਲੀਆਂ ਨੇ। ਕਿੰਨੀ ਵਧੀਆ ਗੱਲ ਹੈ। ਉਹ ਕਿਹੜਾ ਕੰਮ ਹੈ ਜੋ ਕੁੜੀਆਂ ਨਹੀਂ ਕਰ ਸਕਦੀਆਂ? ਸਕੂਲ ਦਾ ਕੰਮ ਮੁਕਾ ਕੇ ਉਹ ਆਪਣੇ ਪਿਤਾ ਜੀ ਨਾਲ ਫੁੱਲ ਬੂਟਿਆਂ ਦੀ ਸਾਂਭ ਸੰਭਾਲ ਵਿੱਚ ਲੱਗ ਜਾਂਦੇ। ਕੋਈ ਬੂਟਿਆਂ ਨੂੰ ਪਾਣੀ ਦਿੰਦਾ ਅਤੇ ਕੋਈ ਬੂਟਿਆਂ ਦੀ ਸਾਫ਼ ਸਫਾਈ ਕਰਦਾ। ਉਹਨਾਂ ਨੂੰ ਲੱਗਦਾ ਕਿ ਜਿਵੇਂ ਫੁੱਲ ਉਹਨਾਂ ਨਾਲ ਗੱਲਾਂ ਕਰ ਰਹੇ ਹੋਣ।
ਇਸ ਸਮੇਂ ਉਹਨਾਂ ਦਾ ਡੱਬੂ ਕੁੱਤਾ ਵੀ ਉਹਨਾਂ ਨਾਲ ਭੱਜਿਆ ਫਿਰਦਾ। ਦਰਖਤ ਤੇ ਪਏ ਆਲੇ ਵਿੱਚ ਛੋਟੇ ਬੋਟ ਅਤੇ ਉਹਨਾਂ ਦੀ ਮਾਂ ਚਿੜੀ ਵੀ ਆਸੇ-ਪਾਸੇ ਘੁੰਮਦੀ ਉਹਨਾਂ ਨੂੰ ਬਹੁਤ ਚੰਗੀ ਲੱਗਦੀ। ਉਹਨਾਂ ਦੇ ਪਿਤਾ ਜੀ ਵੀ ਉਹਨਾਂ ਨੂੰ ਇਹੋ ਸਿਖਾਉਂਦੇ ਕਿ ਤੁਸੀਂ ਜਿੰਨਾ ਪਿਆਰ ਪਸ਼ੂ ਪਕਸ਼ੀਆਂ ਨੂੰ ਕਰੋਗੇ ਉਨਾ ਹੀ ਪਿਆਰ ਇਹ ਵੀ ਤੁਹਾਨੂੰ ਕਰਨਗੇ। ਤੁਸੀਂ ਜਿੰਨੇ ਪਿਆਰ ਨਾਲ ਬੂਟਿਆਂ ਦਾ ਧਿਆਨ ਰੱਖੋਗੇ ਉਹ ਓਨੇ ਹੀ ਵਧਣਗੇ ਫੁੱਲਣਗੇ। ਇਸ ਕੰਮ ਵਿੱਚ ਉਹਨਾਂ ਨੂੰ ਬਹੁਤ ਆਨੰਦ ਆਉਂਦਾ। ਮਨਦੀਪ ਅਤੇ ਕਰਮਵੀਰ ਦੇ ਘਰ ਦਾ ਵਿਹੜਾ ਖੁੱਲਾ ਸੀ ਜਿੱਥੇ ਉਹ ਖੇਡਦੇ ਸਨ। ਆਂਢ ਗੁਆਂਢ ਚੋਂ ਬੱਚੇ ਵੀ ਉਹਨਾਂ ਦੇ ਘਰ ਖੇਡਣ ਲਈ ਆ ਜਾਂਦੇ। ਉਹ ਪੀਚੋ, ਫੜਨ ਫੜਾਈ, ਲੁਕਣ ਮਿਚੀ ਆਦਿ ਖੇਡਾਂ ਖੇਡਦੇ। ਗਰਮੀਆਂ ਵਿੱਚ ਉਹਨਾਂ ਦੇ ਦਾਦੀ ਜੀ ਸਾਰੇ ਬੱਚਿਆਂ ਨੂੰ ਠੰਡਾ ਮਿੱਠਾ ਸ਼ਰਬਤ ਅਤੇ ਸ਼ਿਕੰਜਵੀ ਵੀ ਪਿਲਾਉਂਦੇ। ਖੇਡਦੇ ਹਨੇਰਾ ਹੋ ਜਾਂਦਾ ਤੇ ਸਾਰੇ ਬੱਚੇ ਆਪਣੇ ਘਰ ਚਲੇ ਜਾਂਦੇ। ਅੰਦਰੋਂ ਮਾਤਾ ਜੀ ਦੀ ਆਵਾਜ਼ ਖਾਣੇ ਲਈ ਆ ਜਾਂਦੀ। ਖਾਣਾ ਖਾਣ ਤੋਂ ਪਹਿਲਾਂ ਉਹ ਆਪਣੇ ਹੱਥ ਚੰਗੀ ਤਰ੍ਹਾਂ ਧੋਂਦੇ, ਫਿਰ ਥਾਲੀ ਚੁੱਕ ਕੇ ਖਾਣਾ ਪਵਾਉਂਦੇ ਅਤੇ ਖਾਣਾ ਖਾਣ ਤੋਂ ਬਾਅਦ ਉਹ ਆਪਣੇ ਭਾਂਡੇ ਰਸੋਈ ਵਿੱਚ ਰੱਖ ਕੇ ਆਉਂਦੇ। ਸੌਣ ਤੋਂ ਪਹਿਲਾਂ ਉਹ ਆਪਣੇ ਦਾਦਾ ਦਾਦੀ ਜੀ ਕੋਲ ਜਾ ਕੇ ਬੈਠ ਜਾਂਦੇ, ਉਹਨਾਂ ਨਾਲ ਗੱਲਾਂ ਕਰਦੇ ਅਤੇ ਉਹਨਾਂ ਤੋਂ ਬਾਤਾਂ ਸੁਣਦੇ। ਉਹਨਾਂ ਦੇ ਦਾਦੀ ਜੀ ਹਮੇਸ਼ਾ ਸਮਝਾਉਂਦੇ, ਮੇਰੇ ਬੱਚਿਓ, ਦੁਨੀਆ ਦੇ ਸਾਰੇ ਇਨਸਾਨ ਬਰਾਬਰ ਹਨ। ਸਾਨੂੰ ਕਿਸੇ ਨਾਲ ਕੋਈ ਵੀ ਫਰਕ ਨਹੀਂ ਕਰਨਾ ਚਾਹੀਦਾ ਕਿਉਂਕਿ ਕੁਦਰਤ ਨੇ ਸਾਰਿਆਂ ਨੂੰ ਬਰਾਬਰ ਬਣਾਇਆ ਹੈ। ਕਿਸੇ ਨਾਲ ਵੀ ਅਮੀਰੀ ਗਰੀਬੀ, ਗੋਰਾ ਕਾਲਾ, ਧਰਮ ਜਾਤ ਅਤੇ ਕੰਮਾਂ ਵੱਲੋਂ ਕੋਈ ਫਰਕ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਵਿੱਚ ਇੱਕੋ ਰੰਗ ਦਾ ਖੂਨ ਵਗਦਾ ਹੈ। ਕਿੰਨੀ ਵੱਡੀਆ ਗੱਲ ਹੈਗੀ ਹੈ, ਕੋਈ ਫਰਕ ਨਹੀਂ ਕਰਨਾ ਚਾਹੀਦਾ। ਫਿਰ ਦਾਦੀ ਜੀ ਕਹਿੰਦੇ ਕਿ ਧਰਤੀ ਸਾਰਿਆਂ ਦੀ ਸਾਂਝੀ ਹੈ, ਚਾਹੇ ਪੰਛੀ ਜਾਨਵਰ ਅਤੇ ਇਨਸਾਨ ਹੋਣ। ਸਭ ਨੂੰ ਬਰਾਬਰ ਰਹਿਣ ਅਤੇ ਜਿਉਣ ਦਾ ਹੱਕ ਹੈ। ਸਾਨੂੰ ਕੁਦਰਤ ਵੱਲੋਂ ਮਿਲਣ ਵਾਲੀਆਂ ਨਿਆਮਤਾਂ ਜਿਵੇਂ ਕਿ ਹਵਾ, ਪਾਣੀ ਅਤੇ ਧਰਤੀ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਜੇਕਰ ਅਸੀਂ ਕੁਦਰਤ ਨਾਲ ਪਿਆਰ ਕਰਾਂਗੇ ਤਾਂ ਕੁਦਰਤ ਵੀ ਸਾਨੂੰ ਸਾਰੇ ਵਰਦਾਨ ਬਖਸ਼ੇਗੀ। ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਉਹ ਸੋ ਜਾਂਦੇ। ਕਿੰਨੀ ਵਧੀਆ ਗੱਲ ਹੈ। ਵੀ ਆ ਕੇ ਹੱਥ ਧੋਂਦੇ, ਦਾਦੀ ਜੀ ਧਿਆਨ ਰੱਖਦੀ ਬੱਚਿਆਂ ਦਾ, ਫਿਰ ਹੱਥ ਧੋ ਕੇ ਖਾਣਾ ਖਾਂਦੇ, ਬਰਤਨ ਰਸੋਈ ਵਿੱਚ ਰੱਖ ਕੇ ਆਉਂਦੇ, ਫਿਰ ਦਾਦਾ ਦਾਦੀ ਜੀ ਕੋਲੋਂ ਵਧੀਆ ਗੱਲਾਂ ਸਿੱਖਦੇ ਤੇ ਦਾਦੀ ਜੀ ਵੀ ਕਿੰਨੀ ਵਧੀਆ ਗੱਲਾਂ ਦੱਸਦੇ ਨੇ ਵੀ ਕਿਸੇ ਵਿੱਚ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ। ਇਹ ਧਰਤੀ ਸਭ ਦੀ ਸਾਂਝੀ ਹੈਗੀ ਹੈ ਤੇ ਅਸੀਂ ਜੇ ਧਰਤੀ ਦਾ ਧਿਆਨ ਰੱਖਾਂਗੇ ਯਾਨੀ ਕਿ ਅਸੀਂ ਆਪਣੇ ਭਵਿੱਖ ਦਾ ਧਿਆਨ ਰੱਖ ਰਹੇ ਹਾਂ। ਅੱਗੇ ਨੇ ਮੌਖਿਕ ਪ੍ਰਸ਼ਨ। ਜੇਕਰ ਠੀਕ ਹੈ ਤਾਂ ਹੱਸਦੇ ਚਿਹਰੇ ਤੇ, ਜੋ ਗਲਤ ਹੈ ਤਾਂ ਉਦਾਸ ਚਿਹਰੇ ਤੇ ਨਿਸ਼ਾਨ ਲਾਓ। ਜੇ ਠੀਕ ਹੈ ਤਾਂ ਇਸ ਤੇ, ਜੇ ਗਲਤ ਹੈ ਤਾਂ ਇਸ ਤੇ ਨਿਸ਼ਾਨ ਲਾਓ। ਆਓ ਪੜ੍ਹੀਏ। ਸਭ ਤੋਂ ਪਹਿਲਾਂ ਕੀ ਪੁੱਛਿਆ ਗਿਆ? ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਠੀਕ ਗਲਤ ਬਾਰੇ ਪੁੱਛਿਆ ਜਾਵੇਗਾ। ਪਹਿਲਾ, ਸਾਨੂੰ ਘਰ ਵਿੱਚ ਸਾਰਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਹਾਂਜੀ। ਦੂਜਾ, ਘਰ ਦੇ ਕੰਮਾਂ ਵਿੱਚ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਹਾਂਜੀ। ਤੀਜਾ, ਪੜ੍ਹਾਈ ਵਿੱਚ ਸਿਰਫ ਮੁੰਡੇ ਹੁਸ਼ਿਆਰ ਹੁੰਦੇ ਹਨ। ਨਹੀਂ ਜੀ, ਏਦਾਂ ਨਹੀਂ ਹੈ, ਕੁੜੀਆਂ ਵੀ ਹੁਸ਼ਿਆਰ ਹੁੰਦੀਆਂ ਨੇ। ਚੌਥਾ, ਘਰ ਦੇ ਸਾਰੇ ਜੀ ਬਰਾਬਰ ਹੁੰਦੇ ਹਨ। ਹਾਂਜੀ। ਠੀਕ ਗਲਤ, ਹੁਣ ਆਪਾਂ ਦੱਸਣਾ ਹੈ ਕਿ ਕਿਹੜਾ ਠੀਕ ਹੈ ਤੇ ਕਿਹੜਾ ਗਲਤ ਹੈ। ਸਹੀ ਤੇ ਨਿਸ਼ਾਨ ਲਗਾਓ। ਪਹਿਲਾ ਪ੍ਰਸ਼ਨ, ਕੁੜੀਆਂ ਕਿਹੜੇ ਕੰਮ ਕਰ ਸਕਦੀਆਂ ਹਨ? ਪੜ੍ਹਾਈ, ਨੌਕਰੀ, ਘਰ ਦੇ ਕੰਮ ਜਾਂ ਸਾਰੇ? ਸਾਰੇ। ਜੇ
ਪੁੱਤਰ ਮਿੱਠੜੇ ਮੇਵੇ ਨੇ ਤਾਂ ਧੀਆਂ ਵੀ ਮਿਸ਼ਰੀ ਦੀਆਂ ਡਲੀਆਂ ਨੇ। ਇਹ ਕਹਾਵਤ ਕਿਸਨੇ ਆਖੀ? ਮਾਤਾ ਜੀ ਨੇ, ਪਿਤਾ ਜੀ ਨੇ, ਦਾਦਾ ਜੀ ਨੇ ਜਾਂ ਦਾਦੀ ਜੀ ਨੇ ਆਖੀ ਸੀ? ਦਾਦੀ ਜੀ ਨੇ। ਤੀਜਾ, ਸਾਨੂੰ ਕਿਸ ਗੱਲੋਂ ਭੇਦਭਾਵ ਨਹੀਂ ਕਰਨਾ ਚਾਹੀਦਾ? ਰੰਗ ਰੂਪ, ਜਾਤ ਪਾਤ, ਧਰਮ ਕਿਸੇ ਨਾਲ ਵੀ ਨਹੀਂ ਕਰਨਾ ਚਾਹੀਦਾ। ਕਿਸੇ ਵਜੋਂ ਕਿਸੇ ਨਾਲ ਵੀ ਭੇਦਭਾਵ ਨਹੀਂ ਕਰਨਾ ਚਾਹੀਦਾ। ਚੌਥਾ, ਸਾਨੂੰ ਕਿਸ ਨੂੰ ਪਿਆਰ ਕਰਨਾ ਚਾਹੀਦਾ ਹੈ? ਪੰਛੀ, ਜਾਨਵਰ, ਇਨਸਾਨ, ਸਾਰਿਆਂ ਨੂੰ। ਸਭ ਵਿੱਚ ਰੱਬ ਵਸਦਾ ਹੈ। ਪੰਜਵਾਂ, ਸਾਨੂੰ ਕਿਸ ਦਾ ਆਦਰ ਕਰਨਾ ਚਾਹੀਦਾ ਹੈ? ਵੱਡਿਆਂ ਦਾ, ਛੋਟਿਆਂ ਦਾ, ਹਾਣੀਆਂ ਦਾ, ਸਾਰਿਆਂ ਦਾ। ਸਾਨੂੰ ਸਾਰਿਆਂ ਦਾ ਆਦਰ ਕਰਨਾ ਚਾਹੀਦਾ, ਛੋਟੇ ਹੋਣ ਜਾਂ ਵੱਡੇ, ਹਾਣੀ ਹੋਣ ਜਾਂ ਮਾਤਾ ਪਿਤਾ, ਸਭ ਦੀ ਇੱਜ਼ਤ, ਸਭ ਦਾ ਆਦਰ ਕਰਨਾ ਚਾਹੀਦਾ ਹੈ। ਅੱਗੇ ਹੈ, ਅਧਿਆਪਕ ਵੱਲੋਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਕਿ ਘਰ ਵਿੱਚ ਰਹਿਣ ਵਾਲੇ ਸਾਰੇ ਵਿਅਕਤੀਆਂ, ਜੀਵ ਜੰਤੂਆਂ ਅਤੇ ਪੰਛੀਆਂ ਆਦਿ ਸਭ ਨੂੰ ਬਰਾਬਰੀ ਦਾ ਅਧਿਕਾਰ ਹੈ। ਸਭ ਨਾਲ ਮਿਲ ਕੇ ਰਹਿਣ ਵਿੱਚ ਹੀ ਵਡਿਆਈ ਹੈ। ਮੁੰਡੇ ਕੁੜੀ ਵਿੱਚ ਕੋਈ ਵੀ ਫਰਕ ਨਹੀਂ ਹੈ। ਇਸ ਬਰਾਬਰੀ ਦੇ ਨਾਲ ਹੀ ਸਭ ਨੂੰ ਇਨਸਾਫ ਮਿਲਦਾ ਹੈ। ਘਰ ਦੇ ਸਾਰੇ ਕੰਮ ਸਭ ਨੂੰ ਮਿਲ ਜੁਲ ਕੇ ਕਰਨੇ ਚਾਹੀਦੇ ਹਨ। ਅਧਿਆਪਕ ਵੱਲੋਂ ਅਗਲੀ ਜਮਾਤ ਵਿੱਚ ਪੁੱਛਿਆ ਜਾਵੇਗਾ ਕਿ ਉਪਰੋਕਤ ਸਿੱਖਿਆਵਾਂ ਵਿੱਚ ਉਹਨਾਂ ਨੇ ਕਿਸ ਤੇ ਅਮਲ ਕੀਤਾ, ਤੇ ਤੁਹਾਡੇ ਅਧਿਆਪਕ ਅਗਲੀ ਕਲਾਸ ਵਿੱਚ ਤੁਹਾਨੂੰ ਪੁੱਛਣਗੇ ਵੀ ਜੋ ਗੱਲਾਂ ਸਿਖਾਈਆਂ ਸੀ ਉਸ ਵਿੱਚੋਂ ਕਿਹੜੀ ਗੱਲ ਤੇ ਤੁਸੀਂ ਅਮਲ ਕੀਤਾ। ਇੱਥੇ ਲਿਖਿਆ, ਦੋਸਤੋ, ਮੈਨੂੰ ਪਤਾ ਹੈ ਕਿ ਤੁਸੀਂ ਵੀ ਸਾਡੀ ਤਰ੍ਹਾਂ ਚੰਗੇ ਬੱਚੇ ਹੋ। ਆ ਦੇਖੋ, ਹੋ ਕਿ ਨਹੀਂ? ਸਭ ਦੀ ਇੱਜ਼ਤ ਕਰਦੇ ਹੋ, ਸਭ ਦਾ ਮਾਣ ਕਰਦੇ ਹੋ, ਤੇ ਨਾਲ ਦੀ ਨਾਲ ਮੁੰਡੇ ਕੁੜੀ ਵਿੱਚ ਕੋਈ ਭੇਦਭਾਵ ਨਹੀਂ ਕਰਦੇ। ਸਾਰੇ ਕੰਮ ਹਰ ਕੋਈ ਕਰ ਸਕਦਾ ਹੈ। ਠੀਕ ਹੈ ਬੇਟਾ, ਹੁਣ ਆਪਾਂ ਅਗਲੀ ਕਲਾਸ ਮਿਲਾਂਗੇ। ਤਦ ਤੱਕ ਸਤਿ ਸ਼੍ਰੀ ਅਕਾਲ।